ਸੇਵਾ ਦਾ ਮਹਾਤਮ। ਸੇਵਾ ਤੇ ਸਿਮਰਨ ਦੇ ਦੋਵੇਂ ਪੱਖਾਂ 'ਤੇ ਗੁਰਮਤਿ ਵਿੱਚ ਜ਼ੋਰ ਦਿੱਤਾ ਗਿਆ ਹੈ। ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਗੁਰਸਿੱਖੀ ਦਾ ਸਿੱਖਣਾ, ਗੁਰਮੁਖ ਸਾਧ ਸੰਗਤ ਦੀ ਸੇਵਾ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜੇ ਕੋਈ ਸਮਝਣਾ ਚਾਹੇ ਕਿ ਗੁਰਸਿੱਖੀ ਕੀ ਹੁੰਦੀ ਹੈ ਤਾਂ ਗੁਰਸਿੱਖੀ ਦਾ ਸਿੱਖਣਾ ਜਾਂ ਗੁਰਸਿੱਖੀ ਦਾ ਸਮਝਣਾ ਇਹ ਹੈ ਕਿ ਗੁਰਮੁਖਾਂ ਦੀ ਸਾਧ ਸੰਗਤ ਦੀ ਸੇਵਾ ਕਰੋ। ਜੇ ਕੋਈ ਵਿਅਕਤੀ ਸਿਮਰਨ ਕਰਦਾ ਹੈ, ਗੁਰਬਾਣੀ ਪੜ੍ਹਦਾ ਹੈ, ਪਰੰਤੂ ਸੇਵਾ ਨਹੀਂ ਕਰਦਾ ਤਾਂ ਉਹ ਅਜੇ ਗੁਰਸਿੱਖੀ ਵਿੱਚ ਵੀ ਪੂਰਾ ਨਹੀਂ। ਸੰਤ ਬਾਬਾ ਜੀ ਸੇਵਾ ਦਾ ਮਹਾਤਮ ਦੱਸਦੇ ਹੋਏ ਇਹ ਵੀ ਸਮਝਾਇਆ ਕਰਦੇ ਸਨ ਕਿ ਜਿਨ੍ਹਾਂ ਨੇ ਨਾਮ ਦੀ ਅਥਾਹ ਕਮਾਈ ਕੀਤੀ ਉਹ ਬ੍ਰਹਮ ਗਿਆਨੀ ਦੀ ਪਦਵੀ ਪ੍ਰਾਪਤ ਕਰ ਗਏ, ਪਰ ਗੁਰੂ ਪਦਵੀ ਉਹਨਾਂ ਨੂੰ ਹੀ ਮਿਲੀ ਜਿਨ੍ਹਾਂ ਨੇ ਸੇਵਾ ਅਤੇ ਸਿਮਰਨ ਕਰਨ ਦੀਆਂ ਦੋਵੇਂ ਘਾਲਾਂ ਬਰਾਬਰ ਘਾਲੀਆਂ। ਜਿਵੇਂ ਭਾਈ ਲਹਿਣਾ ਜੀ ਨੇ ਸੇਵਾ ਅਤੇ ਸਿਮਰਨ ਕਰਕੇ ਗੁਰੂ ਦੀ ਪਦਵੀ ਪ੍ਰਾਪਤ ਕੀਤੀ ਅਤੇ ਗੁਰੂ ਅੰਗਦ ਦੇਵ ਜੀ ਬਣ ਗਏ ਆਦਿ। ਇਸ ਤਰ੍ਹਾਂ ਗੁਰਸਿੱਖੀ ਦੀਆਂ ਗੱਲਾਂ ਕਰਦੇ ਹੋਏ ਪੁੱਛਣ 'ਤੇ ਇੱਕ ਵਾਰ ਸੰਤ ਜੀ ਨੇ ਦੱਸਿਆ ਕਿ ਮੈਂ ਵੀ ਜੋੜਿਆਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਸੀ। ਮੈਂ ਆਪਣੇ ਹਜ਼ੂਰੀਏ ਨਾਲ ਸੰਗਤ ਦੇ ਜੋੜੇ ਬੜੀ ਰੀਝ ਨਾਲ ਸਾਫ਼ ਕਰਦਾ ਸੀ। ਅਜੇ ਸੇਵਾ ਆਰੰਭ ਕੀਤੀ ਨੂੰ 5-4 ਦਿਨ ਹੀ ਹੋਏ ਸਨ ਕਿ ਸੰਗਤ ਨੇ ਜੋੜੇ ਲਿਆਉਣੇ ਹੀ ਬੰਦ ਕਰ ਦਿੱਤੇ। ਜੋੜੇਖਾਨੇ ਵਿੱਚ ਜੋੜੇ ਕੇਵਲ 5-4 ਹੀ ਆਉਣ ਲੱਗ ਪਏ। ਸੰਗਤ ਦਾ ਵੱਡਾ ਹਿੱਸਾ ਮੈਨੂੰ ਸੇਵਾ ਕਰਦੇ ਵੇਖ ਕੇ ਨੰਗੇ ਪੈਰੀਂ ਹੀ ਆਉਣ ਲੱਗ ਪਏ। ਮੈਂ ਆਪਣੇ ਮਨ ਨੂੰ ਕਿਹਾ ਕਿ ਮਨਾ, ਜੇ ਕਿਸੇ ਦੇ ਪੈਰ ਵਿੱਚ ਕੰਡਾ ਜਾਂ ਕੋਈ ਹੋਰ ਚੀਜ਼ ਵੱਜ ਗਈ, ਪਾਪ ਤੇਰੇ ਸਿਰ ਚੜ੍ਹੇਗਾ। ਤੂੰ ਇਹ ਸੇਵਾ ਨਾ ਹੀ ਕਰ, ਇਸੇ ਵਿੱਚ ਹੀ ਤੇਰਾ ਭਲਾ ਹੈ। ਇਹ ਸੋਚ ਕੇ ਮੈਂ ਸੇਵਾ ਕਰਨੀ ਬੰਦ ਕਰ ਦਿੱਤੀ। ਮੈਂ ਉਹਨਾਂ ਤੋਂ ਇਹ ਨਹੀਂ ਪੁੱਛ ਸਕਿਆ ਕਿ ਬਾਬਾ ਜੀ ਤੁਸੀਂ ਇਹ ਸੇਵਾ ਕਿਸ ਅਸਥਾਨ 'ਤੇ, ਕਿਹੜੇ ਪਿੰਡ ਜਾਂ ਸ਼ਹਿਰ ਵਿੱਚ ਅਤੇ ਆਪਣੀ ਕਿਸ ਉਮਰ ਵਿੱਚ ਕਰਦੇ ਰਹੇ ਸੀ। ਸੇਵਾ ਭਾਵੇਂ 5-4 ਦਿਨ ਹੀ ਕੀਤੀ, ਪਰ ਜਿਵੇਂ ਪਿਰਮ ਪਿਆਲਾ ਚੁੱਪ ਚਬੋਲਾ ਦੀ ਵਿਆਖਿਆ ਵਿੱਚ ਵਿਚਾਰ ਆਈ ਸੀ ਕਿ ਸੰਤ ਜੀ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਕੇ ਚੁੱਪਚਾਪ ਦਿਨ ਰਾਤ ਸਵਾਸ ਰੋਮ ਰੋਮ ਪਿਰਮ ਪਿਆਲੇ ਵਿੱਚੋਂ ਅੰਮ੍ਰਿਤ ਰਸ ਪੀਂਦੇ ਹੋਏ ਮਸਤ ਅਲਮਸਤ ਰਹਿੰਦੇ ਸਨ। ਉਹ ਤਾਂ ਸ਼ਬਦ ਗੁਰੂ ਦੀ ਸੇਵਾ ਕਰਕੇ ਪੂਰਨ ਸੰਤ ਦੀ ਪਦਵੀ ਪ੍ਰਾਪਤ ਕਰ ਹੀ ਗਏ ਸਨ। ਇਸ ਦੇ ਨਾਲ ਹੀ ਉਹ ਸਾਡੇ ਤਾਈਂ ਵੀ ਇਹ ਸੁਨੇਹਾ ਪਹੁੰਚਾ ਗਏ ਕਿ ਗੁਰਬਾਣੀ ਦੇ ਪਾਠ, ਕੀਰਤਨ ਅਤੇ ਨਾਮ ਸਿਮਰਨ ਦੇ ਨਾਲ ਹੱਥੀਂ ਸੇਵਾ ਕਰਨੀ ਵੀ ਜ਼ਰੂਰੀ ਹੈ। ਉਹ ਕੇਵਲ ਸਾਨੂੰ ਸਧਾਰਨ ਤੌਰ 'ਤੇ ਦੱਸ ਕੇ ਹੀ ਗੱਲ ਨਹੀਂ ਮੁਕਾ ਗਏ, ਉਹ ਸਾਨੂੰ ਇੱਕ ਚੰਗੇ ਅਧਿਆਪਕ ਵਾਂਗ ਪੜ੍ਹਾ ਗਏ ਕਿ ਸੇਵਾ ਕਰਨ ਦੀ ਕਿੰਨੀ ਅਹਿਮੀਅਤ ਹੈ। ਸੰਤ ਜੀ ਦਾ ਗੱਲ ਕਰਨ ਦਾ ਢੰਗ ਬਹੁਤ ਪ੍ਰਭਾਵਸ਼ਾਲੀ ਹੁੰਦਾ ਸੀ। ਕਿਸੇ ਵੀ ਵਿਸ਼ੇ 'ਤੇ ਗੱਲ ਹੋਵੇ, ਉਹ ਦੂਜੇ ਵਿਅਕਤੀ ਨੂੰ ਬਹੁਤ ਥੋੜ੍ਹੇ ਸ਼ਬਦਾਂ ਨਾਲ ਹੀ ਬੜਾ ਸੋਹਣਾ ਅਤੇ ਪੂਰਾ ਤਸੱਲੀ ਬਖਸ਼ ਗਿਆਨ ਦੇ ਦਿੰਦੇ ਸਨ। ਇੱਥੇ ਵੀ ਸਾਨੂੰ ਸਮਝਾਉਣ ਲਈ ਥੋੜ੍ਹੇ ਅੱਖਰਾਂ ਵਿੱਚ ਹੀ ਬੜੀ ਵੱਡੀ ਗੱਲ ਸਮਝਾ ਦਿੱਤੀ ਕਿ ਦੇਖ ਲਵੋ, ਸਿਮਰਨ ਕਰਕੇ ਬ੍ਰਹਮ ਗਿਆਨੀ ਤਾਂ ਬਣ ਗਏ, ਪਰ ਗੁਰੂ ਨਹੀਂ ਬਣ ਸਕੇ। ਗੁਰੂ ਬਣਨ ਲਈ ਦਿਨ ਰਾਤ ਇੱਕ ਕਰਕੇ ਆਪਣੇ ਮਨ ਦੀ ਸੋਚ ਛੱਡ ਕੇ ਗੁਰੂ ਦੇ ਹੁਕਮੀ ਬੰਦੇ ਬਣ ਕੇ ਹੱਥੀਂ ਸੇਵਾ ਕਮਾਉਣੀ ਪਈ ਹੈ। ਇਹ ਸੇਵਾ ਵੀ ਹਉਮੈ ਤੋਂ ਪੂਰੀ ਤਰ੍ਹਾਂ ਰਹਿਤ ਹੋ ਕੇ, ਪੂਰੀ ਤਰ੍ਹਾਂ ਨਿਰਮਾਣ ਹੋ ਕੇ ਕਮਾਈ, ਤਾਂ ਹੀ ਗੁਰੂ ਪਦਵੀ ਪ੍ਰਾਪਤ ਹੋਈ।
ਸੰਤ ਬਾਬਾ ਜੀ ਨੇ ਆਪ ਕਿੰਨੀ ਨਿਰਮਾਣਤਾ ਨਾਲ ਸੇਵਾ ਕੀਤੀ। ਜੇ ਜੋੜਿਆਂ ਦੀ ਸੇਵਾ ਕੀਤੀ ਤਾਂ ਇਹੋ ਜਿਹੀ ਨਹੀਂ ਕੀਤੀ ਕਿ ਅੰਦਰ ਤੋਂ ਆਕੜੇ ਹੀ ਰਹਿੰਦੇ। ਆਕੜ ਵਿੱਚ ਹੀ ਜੋੜਿਆਂ ਨੂੰ ਮੱਥੇ ਤੇ ਨਹੀਂ ਲਾਇਆ, ਸਗੋਂ ਪੂਰੀ ਦਿਲੀ ਭਾਵਨਾ ਨਾਲ ਸੇਵਾ ਕਰਦੇ ਰਹੇ। ਇੱਕ ਇਹੋ ਜਿਹਾ ਗੁਰੂ ਦਾ ਸਿੱਖ ਜਿਹੜਾ ਪੂਰਨ ਸੰਤ ਹੋਵੇ, ਉਸ ਤੋਂ ਆਪਣੇ ਜੋੜਿਆਂ ਦੀ ਸੇਵਾ ਕਰਵਾਉਣ ਤੋਂ ਸਭਨਾਂ ਦੇ ਅੰਦਰ ਹਿਚਕਚਾਹਟ ਆਉਣੀ ਸੁਭਾਵਿਕ ਹੈ। ਇਸ ਲਈ ਜੋੜੇਖਾਨੇ ਵਿੱਚ ਜੋੜੇ ਆਉਣੇ ਹੀ ਤਕਰੀਬਨ ਬੰਦ ਹੋ ਗਏ। ਮਜਬੂਰਨ ਸੇਵਾ ਛੱਡਣੀ ਪਈ। ਉਹਨਾਂ ਦੀ ਇੰਨੀ ਕੁ ਸੇਵਾ ਹੀ ਪੈਰੀਂ ਪੈ ਪਾਖਾਕ ਹੋਣ ਦੀ ਵਿਆਖਿਆ ਕਰ ਗਈ। ਆਪਣੇ ਹਜ਼ੂਰੀਏ ਨਾਲ ਮਨ ਵਿੱਚ ਅਤਿਅੰਤ ਹੀ ਸ਼ਰਧਾ ਧਾਰ ਕੇ ਕੀਤੀ ਹੋਈ ਇਹ ਸੇਵਾ ਅਤੇ ਸੰਤ ਜੀ ਦਾ ਜੀਵਨ ਸਾਨੂੰ ਸਦਾ ਹੀ ਰਸਤਾ ਵਿਖਾ ਰਹੇ ਹਨ ਕਿ ਨਾਮ ਜਪਣਾ, ਅੰਮ੍ਰਿਤ ਰਸ ਪੀ ਕੇ ਜਿਉਣਾ, ਅਜਰ ਨੂੰ ਜਰਦੇ ਹੋਏ ਸਦਾ ਹੀ ਛੁਪੇ ਰਹਿਣਾ, ਨੀਵੇਂ ਹੋ ਕੇ ਰਹਿਣਾ, ਨੀਵੇਂ ਹੋ ਕੇ ਵੀ ਸਿਰਫ ਦਿਖਾਵੇ ਮਾਤਰ ਹੀ ਨਹੀਂ ਰਹਿਣਾ, ਸਗੋਂ ਅੰਮ੍ਰਿਤ ਰਸ ਦੀ ਬਰਕਤ ਨਾਲ ਅੰਦਰ ਤੋਂ ਫੁੱਟ ਕੇ ਪ੍ਰਗਟ ਹੋ ਰਹੀ ਨਿਰਮਾਣਤਾ ਧਾਰਨ ਕਰਨੀ। ਮਾਇਆ ਦੇ ਲੋਭੀ ਨਹੀਂ, ਸਗੋਂ ਸਤਿਗੁਰੂ ਦੇ ਅੰਮ੍ਰਿਤ ਰਸ ਭਰਪੂਰ ਪਿਰਮ ਪਿਆਲੇ ਦੇ ਲੋਭੀ ਹੋ ਕੇ ਪਿਰਮ ਪਿਆਲਾ ਚੁੱਪ ਚਬੋਲਾ ਵਾਲੀ ਰਹਿਤ ਧਾਰਨ ਕਰਨੀ ਅਤੇ ਸੰਗਤ ਦੀ ਹੱਥੀਂ ਸੇਵਾ ਕਰਨੀ ਹੀ ਗੁਰਸਿੱਖੀ ਦਾ ਸਿੱਖਣਾ ਹੈ। ਸਤਿਗੁਰੂ ਕਿਰਪਾ ਕਰਨ ਅਤੇ ਸਾਨੂੰ ਵੀ ਗੁਰਸਿੱਖੀ ਦੀ ਅਤੇ ਆਪਣੇ ਪੂਰਨ ਗੁਰਸਿੱਖਾਂ ਦੀ ਸੰਗਤ ਦੀ ਦਾਤ ਬਖਸ਼ਣ, ਜਿਸ ਤੋਂ ਸਾਨੂੰ ਗੁਰਮਤਿ ਦੀ ਸੋਝੀ ਆ ਜਾਵੇ ਅਤੇ ਗੁਰਮਤਿ ਦ੍ਰਿੜ ਹੋ ਜਾਵੇ। ਜਨ ਨਾਨਕ ਕਉ ਹਰ ਮੇਲ ਜਨ, ਤਿਨ ਵੇਖ ਹਮ ਜੀ ਵਾਹੇ। ਸੰਤ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲਿਆਂ ਦੀ ਸੇਵਾ ਦੀ ਪ੍ਰਸ਼ੰਸਾ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੰਤ ਸੰਤੋਖ ਸਿੰਘ ਜੀ ਪਹਿਲਾਂ ਸੂਰਾਪੁਰ ਵਾਲੇ ਸੰਤਾਂ ਦੀ ਸੰਗਤ ਵਿੱਚ ਰਹੇ ਸਨ। ਇਸ ਕਰਕੇ ਇਹਨਾਂ ਨੂੰ ਸੰਗਤ ਸੂਰਾਪੁਰ ਵਾਲੇ ਸੰਤ ਵੀ ਕਹਿ ਲੈਂਦੀ ਰਹੀ ਹੈ। ਸੰਤ ਬਾਬਾ ਕਿਰਪਾਲ ਸਿੰਘ ਜੀ ਸੇਵਾ ਦੀ ਵਡਿਆਈ ਕਰਦੇ ਹੋਏ ਅਤੇ ਸੇਵਾ ਲਈ ਪ੍ਰੇਰਨਾ ਦਿੰਦੇ ਹੋਏ ਕਈ ਵਾਰ ਸੰਤ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲਿਆਂ ਬਾਰੇ ਬੜੇ ਪਿਆਰ ਨਾਲ ਗੱਲ ਕਰਦੇ ਹੁੰਦੇ ਸਨ ਕਿ ਇਹ ਬੜੇ ਗੁਰਮੁਖ ਹਨ, ਇਹਨਾਂ ਵਿੱਚ ਅਖੌਤੀ ਸੰਤਾਂ ਵਾਲੀ ਕੋਈ ਗੱਲ ਨਹੀਂ। ਦਿਨ ਰਾਤ ਸੇਵਾ ਕਰਦੇ ਹਨ, ਕੁਝ ਨਹੀਂ ਵੇਖਦੇ ਕਿ ਕਿਹੜੀ ਸੇਵਾ ਆਪ ਨਹੀਂ ਕਰਨੀ। ਜਦੋਂ ਸਬੱਬ ਬਣਿਆ ਤਾਂ ਮੈਂ ਆਪਣੇ ਪਰਿਵਾਰ ਨਾਲ ਉੱਥੇ ਜਾ ਕੇ ਵੇਖਿਆ ਕਿ ਜਿਵੇਂ ਸੰਤ ਬਾਬਾ ਜੀ ਕਿਰਪਾਲ ਸਿੰਘ ਜੀ ਨੇ ਦੱਸਿਆ ਸੀ, ਗੋਹਾ ਚੁੱਕਣਾ, ਟਾਇਲਟਸ ਦੀ ਸਫਾਈ, ਝਾੜੂ ਮਾਰਨਾ, ਸਭ ਕੁਝ ਸੰਤ ਜੀ ਆਪ ਹੀ ਕਰੀ ਜਾਂਦੇ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉੱਥੇ ਸੇਵਾ ਕਰਨ ਵਾਲੀ ਸੰਗਤ ਵੀ ਬਹੁਤ ਹੁੰਦੀ ਸੀ, ਪਰ ਵਿਸ਼ੇਸ਼ਤਾ ਇਹ ਸੀ ਕਿ ਸੰਤ ਜੀ ਨੇ ਜੇ ਵੇਖਿਆ ਕਿ ਟਾਇਲਟਸ ਦੀ ਸਫਾਈ ਕਰਨ ਦੀ ਲੋੜ ਹੈ, ਗੰਦਗੀ ਹੋ ਗਈ ਹੈ, ਤਾਂ ਇਹ ਨਹੀਂ ਸੀ ਕਿ ਕਿਸੇ ਨੂੰ ਹਾਕ ਮਾਰਨੀ ਹੈ, ਸਗੋਂ ਬਾਲਟੀ ਲੈ ਕੇ ਕਿਸੇ ਹੋਰ ਨੂੰ ਪਤਾ ਲੱਗਣ ਤੋਂ ਪਹਿਲਾਂ ਸੇਵਾ ਕਰ ਵੀ ਦਿੰਦੇ ਸਨ। ਸੇਵਾ ਦੇ ਪੁੰਜ ਸੰਤ ਸੰਤੋਖ ਸਿੰਘ ਜੀ ਨਾਲ ਮੇਰੀ ਸਿਰਫ ਇੱਕ ਵਾਰ ਹੀ ਗੱਲਬਾਤ ਹੋਈ। ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਲੜਕੇ ਦੀ ਸ਼ਾਦੀ ਸੀ। ਸੰਤ ਜੀ ਪਟਿਆਲੇ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ। ਆਨੰਦ ਕਾਰਜਾਂ ਤੋਂ ਬਾਅਦ ਸੰਤ ਜੀ ਇੱਕ ਕਮਰੇ ਵਿੱਚ ਮੰਜੇ 'ਤੇ ਬੈਠੇ ਹੋਏ ਸਨ। ਸਿੰਘ ਸਾਹਿਬ ਦੇ ਵੱਡੇ ਭਰਾ ਡਾਕਟਰ ਓਂਕਾਰ ਸਿੰਘ ਜੀ ਨੇ ਮੈਨੂੰ ਵੀ ਸੰਤ ਜੀ ਦੇ ਦਰਸ਼ਨ ਕਰਵਾਏ। ਮੈਂ ਸੰਤ ਜੀ ਨੂੰ ਗੁਰਫਤਿਹ ਬੁਲਾ ਕੇ ਸਿਰ ਨਿਵਾ ਕੇ ਉਹਨਾਂ ਪਾਸ ਬੈਠ ਗਿਆ। ਮੇਰੇ ਨਾਲ ਮੇਰੀ ਸੁਪਤਨੀ ਵੀ ਸੀ। ਸਮਾਂ ਮਿਲਣ 'ਤੇ ਮੈਂ ਸੰਤ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਵਾਸਤੇ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰੋ, ਆਪ ਜੀ ਅਸੀਸ ਬਖਸ਼ੋ। ਸੰਤ ਜੀ ਦਾ ਜਵਾਬ ਸੀ ਕਿ ਜਿਹੜਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਹੋਇਆ ਹੈ, ਉਸ ਨੂੰ ਕਿਸੇ ਹੋਰ ਬੰਦੇ ਅੱਗੇ ਬੇਨਤੀ ਕਰਨ ਦੀ ਲੋੜ ਨਹੀਂ ਰਹਿ ਜਾਂਦੀ। ਮੈਂ ਫਿਰ ਬੇਨਤੀ ਕੀਤੀ
ਕਿ ਗੁਰੂ ਸਿੱਖ ਸਿੱਖ ਗੁਰੂ ਹੈ ਅਨੁਸਾਰ ਕੋਈ ਗੁਰਸਿੱਖ ਵੀ ਅਸੀਸ ਦੇ ਸਕਦਾ ਹੈ। ਸੰਤ ਜੀ ਦਾ ਜਵਾਬ ਸੀ, ਜਿੱਥੇ ਬੈਠਾਇਆ ਹੈ ਬੈਠਾ ਰਹੋ। ਮੈਂ ਉਹਨਾਂ ਦਿਨਾਂ ਵਿੱਚ 2 ਕੁ ਹਫ਼ਤੇ ਅੰਮ੍ਰਿਤ ਵੇਲੇ ਤੋਂ ਇਲਾਵਾ ਦਿਨ ਦੇ ਵੀ ਕਾਫੀ ਘੰਟੇ ਮਹਾਰਾਜ ਦੇ ਦਰਬਾਰ ਘਰ ਵਿਚਲੇ ਇੱਕ ਕਮਰੇ ਵਿੱਚ ਪ੍ਰਕਾਸ਼ ਅਸਥਾਨ ਵਿੱਚ ਹੀ ਗੁਜ਼ਾਰਿਆ ਕਰਦਾ ਸੀ। ਅਸੀਂ ਸੁਣ ਕੇ ਦੋਵੇਂ ਹੀ ਹੈਰਾਨ ਹੋਏ ਕਿ ਸੰਤ ਜੀ ਨੂੰ ਇਹ ਕਿਵੇਂ ਪਤਾ ਲੱਗ ਗਿਆ, ਅਤੇ ਮੈਨੂੰ ਸਿੱਧੇ ਹੀ ਕਹਿ ਦਿੱਤਾ, ਜਿੱਥੇ ਬਿਠਾਇਆ ਹੈ ਬੈਠਾ ਰਹੋ। ਇਹ ਇਹਨਾਂ ਦੀ ਸੇਵਾ ਸਿਮਰਨ ਦਾ ਪ੍ਰਤਾਪ ਸੀ। ਵੱਡੇ ਪ੍ਰਤਾਪੀ ਹੋ ਕੇ ਛੋਟੇ ਬਣ ਕੇ ਰਹਿਣ ਵਿੱਚ ਹੀ ਸਤਿਗੁਰੂ ਜੀ ਦੀ ਖੁਸ਼ੀ ਹੈ। ਛੋਟੇ ਹੁੰਦੇ ਹੋਏ ਵੱਡੇ ਬਣ ਕੇ ਦਿਖਾਉਣਾ ਗੁਰੂ ਦੀਆਂ ਖੁਸ਼ੀਆਂ ਤੋਂ ਵਾਂਝੇ ਹੋ ਜਾਣਾ ਹੈ। ਇੱਥੇ ਇਹ ਗੱਲ ਸਮਝ ਲੈਣੀ ਵੀ ਜ਼ਰੂਰੀ ਹੈ ਕਿ ਜਦੋਂ ਵੀ ਗੱਲ ਚੱਲਦੀ ਸੀ ਤਾਂ ਸੰਤ ਬਾਬਾ ਕਿਰਪਾਲ ਸਿੰਘ ਜੀ ਹੋਰਨਾਂ ਮਹਾਂਪੁਰਸ਼ਾਂ ਦੀ ਵਡਿਆਈ ਤਾਂ ਜ਼ਰੂਰ ਕਰਦੇ ਸਨ, ਪਰ ਸਾਰੇ ਹੀ ਡੇਰੇ ਵਾਲਿਆਂ ਸੰਤਾਂ ਦੀ ਉਸਤਤ ਨਹੀਂ ਕਰਦੇ ਸਨ। ਜਿਹੜੇ ਸੇਵਾ ਸਿਮਰਨ ਕਰਨ ਵਾਲੇ ਮਹਾਂਪੁਰਸ਼ ਸਨ, ਕੇਵਲ ਉਹਨਾਂ ਦੀ ਹੀ ਵਡਿਆਈ ਕਰਦੇ ਸਨ। ਉਹਨਾਂ ਦਾ ਭਾਈ ਸਾਹਿਬ ਰਣਧੀਰ ਸਿੰਘ ਜੀ ਨਾਲ ਤਾਂ ਅਤਿਅੰਤ ਨੇੜੇ ਦਾ ਸੰਬੰਧ ਹੈ ਹੀ ਸੀ, ਪਰ ਹੋਰਨਾਂ ਮਹਾਂਪੁਰਸ਼ਾਂ ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਬਾਰੇ ਬੜੇ ਜ਼ੋਰ ਨਾਲ ਕਹਿੰਦੇ ਸਨ ਕਿ ਉਹਨਾਂ ਦੀ ਕਮਾਈ ਦਾ ਕੀ ਅੰਤ ਹੈ। ਸੰਤ ਸ਼ਾਮ ਸਿੰਘ ਜੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਕੀਰਤਨੀਏ ਸਨ ਅਤੇ ਦਿਲ ਰੁਬੇ ਨਾਲ ਤਕਰੀਬਨ 70 ਸਾਲ ਕੀਰਤਨ ਦੀ ਨਿਸ਼ਕਾਮ ਸੇਵਾ ਕਰਦੇ ਰਹੇ ਸਨ। ਉਹਨਾਂ ਦੀ ਅਤੇ ਇਸੇ ਤਰ੍ਹਾਂ ਸੰਤ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲਿਆਂ ਦੀ ਬੜੀ ਉਸਤਤ ਕਰਦੇ ਸਨ, ਪਰ ਸਾਰੇ ਹੀ ਮਹਾਂਪੁਰਸ਼ਾਂ ਬਾਰੇ ਉਹ ਇਹ ਵੀ ਕਹਿੰਦੇ ਸਨ ਕਿ ਚੰਗਾ ਇਹੀ ਹੈ ਕਿ ਨਾਮ ਸਿਮਰਨ ਦੀ ਬਹੁਤ ਕਮਾਈ ਕਰਕੇ ਨਾਲ ਹੀ ਮਰਿਆਦਾ ਵਿੱਚ ਵੀ ਰਿਹਾ ਜਾਵੇ, ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਰਹੇ ਹਨ।